ਕਿਤਾਬ ਮੇਲ ਜੋਲ, ਲੇਖਕ ਨਰਿੰਦਰ ਸਿੰਘ ਕਪੂਰ, ਭਾਗ ਤੀਸਰਾ। ਮੇਲ ਜੋਲ। ਅਜੀਬ ਗੱਲ ਹੈ ਕਿ ਜਿਉਂ-ਜਿਉਂ ਮੇਲ ਜੋਲ ਦੇ ਅਵਸਰ ਵੱਧ ਰਹੇ ਹਨ, ਤਿਉਂ-ਤਿਉਂ ਮਨੁੱਖ ਇਕੱਲਾ ਹੁੰਦਾ ਜਾ ਰਿਹਾ ਹੈ। ਬੀਤੇ ਨੂੰ ਪਛਤਾਵੇ ਤੋਂ ਬਿਨਾਂ ਯਾਦ ਕਰਨਾ ਅਤੇ ਭਵਿੱਖ ਨੂੰ ਭੁਲੇਖਿਆਂ ਤੋਂ ਬਿਨਾਂ ਕਿਆਸਣਾ ਹੁਣ ਸੰਭਵ ਨਹੀਂ ਰਿਹਾ। ਲੋਕ ਪਰੇਸ਼ਾਨ ਹਨ ਕਿਉਂਕਿ ਪਿਆਰ ਜਿਹਾ ਸੱਜਰਾ ਅਤੇ ਸੱਚਾ ਸੁੱਚਾ ਅਨੁਭਵ ਵੀ ਥਕਾਵਟ ਅਤੇ ਸਿਰਦਰਦੀ ਬਣ ਗਿਆ ਹੈ। ਇਸ ਪਰੇਸ਼ਾਨੀ ਦਾ ਕਾਰਨ ਇਹ ਹੈ ਕਿ ਲੋਕਾਂ ਨੇ ਪੁਲਾਂ ਨਾਲੋਂ ਵਧੇਰੇ ਕੰਧਾਂ ਉਸਾਰ ਲਈਆਂ ਹਨ। ਅਵਸਰ ਫੈਲਣ ਦੇ ਵੱਧ ਰਹੇ ਹਨ, ਪਰ ਅਮਲ ਸੁੰਘਣ ਦਾ ਵੱਧ ਰਿਹਾ ਹੈ। ਉਹ ਲੋਕ ਕਿੱਥੇ ਹਨ ਜਿਨ੍ਹਾਂ ਦੇ ਆਇਆਂ ਵਿਹੜੇ ਸੁੱਚੇ ਹੋ ਜਾਇਆ ਕਰਦੇ ਸਨ? ਉਹ ਮੁਰਸ਼ਦ ਕਿੱਥੇ ਹਨ, ਮੁਰੀਦ ਜਿਨ੍ਹਾਂ ਦੀ ਸਰਦਲ ਚੁੰਮਦੇ ਰਹਿੰਦੇ ਸਨ ਅਤੇ ਕਿਸੇ ਨੂੰ ਦਰਵਾਜ਼ਾ ਖਟਖਟਾਉਣ ਦੀ ਹਿੰਮਤ ਨਹੀਂ ਸੀ ਪੈਂਦੀ? ਪ੍ਰੇਮੀ ਵੀ ਅੱਜ ਕੱਲ੍ਹ ਇੱਕ ਦੂਜੇ ਵੱਲ ਇੰਝ ਤੱਕਦੇ ਹਨ ਜਿਵੇਂ ਧੋਖਾਧੜੀ ਦੇ ਮੁਕੱਦਮੇ ਦੀਆਂ ਦੋ ਵਿਰੋਧੀ ਧਿਰਾਂ ਹੋਣ। ਅੱਜ ਕਿਸੇ ਨੂੰ ਪਾਣੀ ਪਿਲਾਵੋ, ਉਹ ਛਬੀਲ ਉੱਤੇ ਹੀ ਕਾਬਜ਼ ਹੋ ਜਾਵੇਗਾ। ਆਪਣੇ ਆਪ ਨੂੰ ਨਿਪੀੜਨ ਅਤੇ ਨਿਖਾਰਨ ਦਾ ਅਮਲ ਕਿਧਰੇ ਵਿਖਾਈ ਨਹੀਂ ਦਿੰਦਾ। ਕਵੀ ਚਮਨ ਪ੍ਰਾਸ਼ ਖਾ ਕੇ ਕਵਿਤਾ ਲਿਖ ਰਹੇ ਹਨ ਅਤੇ ਰਾਜਧਾਨੀ ਦੀ ਗਰਦ ਵਿੱਚ ਰਹਿਣ ਵਾਲੇ ਨੇਤਾ ਆਪਣੀ ਹੀ ਮਰਜ਼ੀ ਨਾਲ ਭਵਜਲ ਵਿੱਚੋਂ ਦੇਸ਼ ਨੂੰ ਕੱਢਣ ਦੇ ਹੰਕਾਰ ਵਿੱਚ ਖੋਤੇ ਖਾ ਰਹੇ ਹਨ। ਦੇਸ਼ ਨੂੰ ਕੱਢਣ ਦੇ ਹੰਕਾਰ ਵਿੱਚ ਗੋਤੇ ਖਾ ਰਹੇ ਹਨ। ਹਰ ਰੋਜ਼ ਕਿਸੇ ਚੰਗੀ ਪਰੰਪਰਾ ਦਾ ਭੋਗ ਪੈ ਰਿਹਾ ਹੈ। ਅਜੋਕੇ ਮਨੁੱਖ ਦਾ ਗਿਆਨ ਵੱਧ ਰਿਹਾ ਹੈ, ਪਰ ਅਨੁਭਵ ਦੇ ਪੱਖੋਂ ਉਹ ਕੰਗਾਲ ਹੋ ਰਿਹਾ ਹੈ। ਸਾਡੇ ਵਿਦਿਅਕ ਅਦਾਰੇ ਕੁਝ ਕਰਨ ਦੀ ਥਾਂ ਬਸ ਹੀਜੜਿਆਂ ਵਾਂਗ ਖਲੋਤੇ ਦੇਖੀ ਜਾ ਰਹੇ ਹਨ। ਸਪੀਡ ਬ੍ਰੇਕਰਾਂ ਵਰਗੀਆਂ ਸ਼ਖਸੀਅਤਾਂ ਦੇ ਅਜੋਕੇ ਦੌਰ ਵਿੱਚ ਅਪਮਾਨ ਦੀ ਬੋਲੀ ਵਿੱਚ ਸਨਮਾਨ ਹੋ ਰਹੇ ਹਨ ਅਤੇ ਹਰ ਪ੍ਰਕਾਰ ਦੇ ਇਨਾਮ ਅਤੇ ਸਨਮਾਨ ਕੱਟੀ ਹੋਈ ਪਤੰਗ ਵਾਂਗ ਲੁੱਟੇ ਜਾ ਰਹੇ ਹਨ। ਸਮੁੱਚੀ ਅਜੋਕੀ ਸਥਿਤੀ ਵਿੱਚੋਂ ਵਿਸ਼ਵਾਸ ਮਨਫੀ ਹੋ ਗਿਆ ਹੈ। ਅਸਹਿਮਤ ਹੋਣ ਦੀ ਹਿੰਮਤ ਖੁਰ ਗਈ ਹੈ। ਖੇਤਰ ਕੋਈ ਹੋਵੇ, ਹਰ ਕੋਈ ਸਮੇਂ ਅਤੇ ਸਥਿਤੀ ਅਨੁਸਾਰ ਰੰਗ ਅਤੇ ਪੈਂਤੜਾ ਧਾਰਨ ਕਰ ਰਿਹਾ ਹੈ। ਇਹ ਹੈਰਾਨੀ ਦੀ ਗੱਲ ਨਹੀਂ ਕਿ ਹਰ ਕਿਸੇ ਨੂੰ ਇਕੱਲਤਾ ਦਾ ਅਹਿਸਾਸ ਹੈ। ਇਹ ਅਹਿਸਾਸ ਕਿਸੇ ਵੀ ਪੱਖੋਂ ਮਾਣਯੋਗ ਨਹੀਂ। ਇਸ ਅਹਿਸਾਸ ਦੌਰਾਨ ਗੁਜ਼ਾਰਿਆ ਹੋਇਆ ਉਦਾਸੀਆਂ ਅਤੇ ਦੁਖਾਵਾਂ ਜ਼ਮਾਨਾ ਇੰਝ ਯਾਦ ਆਉਂਦਾ ਹੈ ਜਿਵੇਂ ਕੰਠ ਕੀਤੀ ਹੋਈ ਔਖੀ ਕਵਿਤਾ ਹੋਵੇ। ਵਿਸ਼ਵਾਸ ਤੋਂ ਬਿਨਾਂ ਕੋਈ ਦੋਸਤੀ, ਕੋਈ ਰਿਸ਼ਤਾ, ਕੋਈ ਗਵਾਂਢ ਇਵੇਂ ਹੁੰਦਾ ਹੈ ਜਿਵੇਂ ਕੁੰਡੇ ਤੋਂ ਬਿਨਾਂ ਕੇਤਲੀ ਹੋਵੇ, ਹੱਥੀ ਤੋਂ ਬਿਨਾਂ ਕਹੀ ਹੋਵੇ, ਢੱਕਣ ਤੋਂ ਬਿਨਾਂ ਪੈਨ ਹੋਵੇ, ਪੈਟਰੋਲ ਤੋਂ ਬਿਨਾਂ ਕਾਰ ਹੋਵੇ। ਧਰਮ ਮਨੁੱਖ ਨੂੰ ਜੀਵਨ ਦੀ ਉਹ ਨੁਹਾਰ ਪੇਸ਼ ਕਰਦਾ ਰਿਹਾ ਹੈ ਜਿਸ ਵਿੱਚ ਇਕੱਲਤਾ ਦਾ ਰੋਗ ਨਹੀਂ ਸੀ ਅਤੇ ਜਿਸ ਵਿੱਚ ਸੰਜੋਗ ਅਤੇ ਵਿਸ਼ਵਾਸ ਦਾ ਬੋਲਬਾਲਾ ਸੀ। ਪੁਰਾਣੇ ਜ਼ਮਾਨੇ ਵਿੱਚ ਦੂਜਿਆਂ ਦੇ ਨੇੜੇ ਆਉਣਾ ਮਨੁੱਖ ਆਪਣਾ ਹੱਕ ਸਮਝਦਾ ਸੀ। ਉਹ ਮਨੁੱਖ ਆਪਣੀ ਮੰਜ਼ਿਲ 'ਤੇ ਪਹੁੰਚ ਕੇ ਆਪਣਾ ਸਫ਼ਰ ਸ਼ੁਰੂ ਕਰਦਾ ਸੀ। ਉਸ ਯੁੱਗ ਵਿੱਚ ਜਦੋਂ ਕਿਸੇ ਪਰੰਪਰਾ ਨੂੰ ਮਾਵਾਂ ਜਾਂ ਬਣਨ ਵਾਲੀਆਂ ਮਾਵਾਂ ਅਪਣਾ ਲੈਂਦੀਆਂ ਸਨ ਤਾਂ ਉਹ ਇੱਕ ਪਵਿੱਤਰ ਧਾਰਮਿਕ ਰਸਮ ਵਜੋਂ ਟਿਕ ਜਾਂਦੀ ਸੀ। ਉਸ ਸਮੇਂ ਕਿਤਾਬਾਂ ਇਤਨੀਆਂ ਸਰਲ ਹੁੰਦੀਆਂ ਸਨ ਕਿ ਬੱਚੇ ਤਾਂ ਬੱਚੇ, ਉਹਨਾਂ ਦੇ ਮਾਪੇ ਵੀ ਉਹਨਾਂ ਨੂੰ ਸਮਝ ਜਾਂਦੇ ਸਨ। ਅਜੋਕੇ ਯੁੱਗ ਵਿੱਚ ਸਾਡੇ ਵਾਕਫ ਤਾਂ ਬਹੁਤ ਹਨ, ਪਰ ਦੋਸਤ ਕੋਈ ਨਹੀਂ। ਸਾਡਾ ਆਉਣ ਜਾਣ ਤਾਂ ਕਈਆਂ ਘਰਾਂ ਨਾਲ ਹੁੰਦਾ ਹੈ, ਪਰ ਸੁਖਾਵਾਂ ਅਤੇ ਨਿੱਘਾ ਮੇਲ ਜੋਲ ਕਿਸੇ ਨਾਲ ਨਹੀਂ ਹੁੰਦਾ। ਪੁਰਾਤਨ ਮਨੁੱਖ ਦਾ ਪ੍ਰਕਿਰਤੀ ਨਾਲ ਸਿੱਧਾ ਅਤੇ ਨਿਰਛਲ ਮੇਲ ਜੋਲ ਸੀ, ਜਦੋਂ ਕਿ ਆਧੁਨਿਕ ਯੁੱਗ ਵਿੱਚ ਲਗਾਤਾਰ ਆਪਣੀ ਹੀ ਸੰਗਤ ਨੇ ਮਨੁੱਖ ਨੂੰ ਭ੍ਰਿਸ਼ਟ ਕਰ ਦਿੱਤਾ। ਸਥਿਤੀ ਦਾ ਵਿਅੰਗ ਇਹ ਹੈ
ਕਿ ਕਿਸੇ ਇਮਾਰਤ ਨੂੰ ਅਸੀਂ ਉਸ ਵੇਲੇ ਤੱਕ ਪਸੰਦ ਨਹੀਂ ਕਰਦੇ ਜਦੋਂ ਤੱਕ ਉਹ ਢਹਿ ਢੇਰੀ ਨਾ ਹੋ ਜਾਵੇ। ਜਦੋਂ ਸਾਡਾ ਮੇਲ ਜੋਲ ਵਿਗੜਦਾ ਹੈ ਤਾਂ ਭਾਸ਼ਾ ਅਤੇ ਬੋਲਚਾਲ ਵਿੱਚ ਵੀ ਵਿਗਾੜ ਆਉਂਦਾ ਹੈ। ਮਨੁੱਖਾਂ ਦੀ ਥਾਂ ਵਸਤਾਂ ਵਧੇਰੇ ਮਹੱਤਵਪੂਰਨ ਹੋ ਜਾਂਦੀਆਂ ਹਨ। ਇੱਕ ਦੂਜੇ ਨਾਲੋਂ ਇੱਕੋ ਦਿਸ਼ਾ ਵਿੱਚ ਵੇਖਣ ਦੇ ਹੁਨਰ ਦੀ ਥਾਂ ਪਿਆਰ ਇੱਕ ਦੂਜੇ ਦੇ ਚਿਹਰੇ ਵੱਲ ਵੇਖਣ ਦਾ ਕਾਰਜ ਬਣ ਕੇ ਰਹਿ ਜਾਂਦਾ ਹੈ। ਪੜ੍ਹਨ ਲਿਖਣ ਦਾ ਉਦੇਸ਼ ਦੂਜਿਆਂ ਨਾਲੋਂ ਚੰਗੇਰੇ ਢੰਗ ਨਾਲ ਗੱਲਬਾਤ ਕਰਨ ਦੀ ਯੋਗਤਾ ਉਪਜਾਉਣਾ ਹੁੰਦਾ ਹੈ। ਧਮਕੀਆਂ ਦੇਣ ਦੇ ਨਵੇਂ ਢੰਗ ਸਿਰਜਣਾ ਨਹੀਂ ਹੁੰਦਾ। ਉਹ ਕਿਤਨੇ ਕੁ ਘਰ ਹਨ ਜਿੱਥੇ ਵੇਲੇ ਕਵੇਲੇ ਦਸਤਕ ਦੇਣ ਲੱਗਿਆਂ ਤੁਹਾਨੂੰ ਝਿਜਕ ਨਹੀਂ ਹੁੰਦੀ। ਉਹ ਕਿਤਨੇ ਕੁ ਲੋਕ ਹਨ ਜਿਨ੍ਹਾਂ ਨਾਲ ਤੁਸੀਂ ਬਿਨਾਂ ਸੰਕੋਚ ਗੱਲਬਾਤ ਕਰ ਸਕਦੇ ਹੋ। ਕਈ ਇਸ ਸਥਿਤੀ ਨੂੰ ਕੇਵਲ ਆਰਥਿਕਤਾ ਨਾਲ ਜੋੜਨਗੇ, ਪਰ ਸਥਿਤੀ ਦਾ ਸੱਚ ਇਹ ਹੈ ਕਿ ਮੇਲ ਜੋਲ ਦਾ ਬਹੁਤਾ ਸੰਕਟ ਉਹਨਾਂ ਲੋਕਾਂ ਸਾਹਮਣੇ ਹੈ ਜਿਨ੍ਹਾਂ ਦੀ ਆਰਥਿਕ ਸਥਿਤੀ ਸੁਧਰੀ ਹੈ। ਸੌਖੀਆਂ ਜਿੱਤਾਂ ਦੇ ਆਦੀ ਲੋਕ ਔਖੇ ਰਾਹਾਂ 'ਤੇ ਨਹੀਂ ਟੁਰਦੇ। ਜਿਹੜੇ ਵਿਸ਼ੇ ਔਖੇ ਹੁੰਦੇ ਹਨ ਉਹੀ ਲਾਭਦਾਇਕ ਹੁੰਦੇ ਹਨ। ਅਜੋਕੇ ਮਨੁੱਖ ਦੀਆਂ ਇਕੱਲਤਾ ਨਾਲ ਜੁੜੀਆਂ ਬਹੁਤੀਆਂ ਸਮੱਸਿਆਵਾਂ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹ ਬਹੁਤ ਵੱਡੇ ਗ੍ਰਹਿਾਂ ਜਾਂ ਮਹਾਨਗਰਾਂ ਵਿੱਚ ਆਪਣੇ ਆਪ ਨੂੰ ਬ੍ਰਹਿਮੰਡ ਦਾ ਕੇਂਦਰ ਮਿੱਥ ਕੇ ਜਿਉਣਾ ਚਾਹੁੰਦਾ ਹੈ। ਅਨਿਸ਼ਚਿਤਤਾ ਦੇ ਸਿਰਜੇ ਸਾਡੇ ਪਰਸਪਰ ਵਿਵਹਾਰ ਵਿੱਚ ਅਨੇਕਾਂ ਤਰੇੜਾਂ ਹਨ ਅਤੇ ਜ਼ਿੰਦਗੀ ਦੇ ਤਿੜਕੇ ਹੋਏ ਸ਼ੀਸ਼ੇ ਵਿੱਚੋਂ ਅਸੀਂ ਆਪਣੀ ਸਾਬਤੀ ਸਬੂਤੀ ਸ਼ਕਲ ਵੇਖਣ ਦਾ ਅਸਫਲ ਯਤਨ ਕਰ ਰਹੇ ਹਾਂ। ਅਜੋਕੇ ਯੁੱਗ ਵਿੱਚ ਅਸੀਂ ਕੇਵਲ ਆਪਣੇ ਆਪ ਨੂੰ ਪਹਿਚਾਣਦੇ ਹਾਂ। ਜਨਮ ਤੋਂ ਹੀ ਮਨੁੱਖ ਨੂੰ ਆਪਸੀ ਮੇਲ ਜੋਲ ਵਧਾਉਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਮਨੁੱਖ ਲੱਖ ਯਤਨ ਕਰਨ ਦੇ ਬਾਵਜੂਦ ਮੇਲ ਜੋਲ ਦਾ ਪਰਿਵਾਰ ਨਾਲੋਂ ਵਧੇਰੇ ਹੰਢਣਸਾਰ ਢੰਗ ਤਰੀਕਾ ਨਹੀਂ ਸਿਰਜ ਸਕਿਆ। ਮਾਪੇ, ਦੋਸਤ, ਸਹੇਲੀਆਂ, ਸੰਗੀ ਸਾਥੀ, ਗੁਆਂਢੀ, ਅਧਿਆਪਕ ਆਦਿ ਵੀ ਵੱਖ-ਵੱਖ ਪਰਿਵਾਰਾਂ ਦੇ ਨੁਮਾਇੰਦਿਆਂ ਵਾਂਗ ਹੀ ਸਾਨੂੰ ਮਿਲਦੇ ਜੁਲਦੇ ਹਨ। ਘਰ ਦੇ ਅੰਦਰ ਆਪਣੇ ਵਿਲੱਖਣ ਸੱਭਿਆਚਾਰ ਦੀ ਜਾਗ ਮਾਂ ਤੋਂ ਲੱਗਦੀ ਹੈ। ਪਿਆਰ ਕਰਨ ਦੀ ਯੋਗਤਾ ਇਸਤਰੀ ਦੀ ਸਭ ਤੋਂ ਵੱਡੀ ਸ਼ਕਤੀ ਹੈ। ਇਸਤਰੀ ਦਾ ਸੰਸਾਰ ਨਾਲ ਰਿਸ਼ਤਾ ਪਿਆਰ ਵਾਲਾ ਹੈ, ਜਦੋਂ ਕਿ ਸੰਸਾਰ ਨਾਲ ਪੁਰਸ਼ ਦਾ ਰਿਸ਼ਤਾ ਆਲਗਾਵ ਵਾਲਾ ਹੁੰਦਾ ਹੈ। ਹੁਣ ਜਦੋਂ ਇਸਤਰੀ ਪੁਰਸ਼ ਦੇ ਮੁਕਾਬਲੇ ਦੀ ਸਥਿਤੀ ਵਿੱਚ ਵਿਚਰਨ ਦੀ ਜਿੱਦ ਕਰ ਰਹੀ ਹੈ ਤਾਂ ਸੁਭਾਵਿਕ ਹੀ ਪੁਰਸ਼ਾਂ ਵਾਲੀ ਸੋਚ ਸਮਝ ਅਪਣਾਉਣ ਕਾਰਨ ਉਸ ਦਾ ਸੰਸਾਰ ਨਾਲ ਰਿਸ਼ਤਾ ਪਿਆਰ ਵਾਲਾ ਨਹੀਂ ਰਹੇਗਾ। ਕੰਮ ਉੱਤੇ ਜਾਣ ਦੀ ਮਜਬੂਰੀ ਕਾਰਨ ਮਾਵਾਂ ਆਪਣੀ ਸੰਤਾਨ ਨੂੰ ਆਪਣਾ ਦੁੱਧ ਪਿਲਾਉਣ ਦੀ ਥਾਂ ਦੁੱਧ ਵਾਲੀ ਬੋਤਲ ਦਾ ਸਹਾਰਾ ਲੈਣ ਲਈ ਮਜਬੂਰ ਹਨ। ਇਵੇਂ ਮਾਂ ਦਾ ਆਪਣੀ ਸੰਤਾਨ ਨਾਲ ਰਿਸ਼ਤਾ ਸਾਵਾਂ ਸੁਖੇਵਾਂ ਹੋਣ ਦੀ ਥਾਂ ਮਜਬੂਰੀ ਅਤੇ ਬੇਵਸੀ ਦਾ ਸ਼ਿਕਾਰ ਹੋ ਗਿਆ ਹੈ। ਜਿਸ ਰਿਸ਼ਤੇ ਦੀ ਬੁਨਿਆਦ ਵਿੱਚ ਮਜਬੂਰੀ ਅਤੇ ਬੇਵਸੀ ਹੋਵੇ ਉਹ ਰਿਸ਼ਤਾ ਕਿਤਨਾ ਕੁ ਹੰਢਣਸਾਰ ਹੋ ਸਕਦਾ ਹੈ। ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਅਜੋਕੇ ਯੁੱਗ ਵਿੱਚ ਪੁੱਤਰਾਂ ਦੇ ਹੱਥੋਂ ਮਾਵਾਂ ਦੀ ਬੇਇੱਜ਼ਤੀ ਹੋ ਰਹੀ ਹੈ। ਕੋਈ ਵੀ ਪੁਰਸ਼ ਆਪ ਨਿਕਰਨ ਤੋਂ ਬਿਨਾਂ ਇਸਤਰੀ ਦਾ ਅਪਮਾਨ ਨਹੀਂ ਕਰ ਸਕਦਾ। ਇਸਤਰੀ ਦਾ ਸਨਮਾਨ ਉਹੀ ਕਰ ਸਕਦਾ ਹੈ ਜਿਸ ਦੀ ਨਜ਼ਰ ਉੱਚੀ ਹੋਵੇ ਅਤੇ ਜਿਸ ਦੀ ਦ੍ਰਿਸ਼ਟੀ ਵਿਸ਼ਾਲ ਹੋਵੇ। ਉੱਚੀ ਨਜ਼ਰ ਅਤੇ ਵਿਸ਼ਾਲ ਦ੍ਰਿਸ਼ਟੀ ਮਾਂ ਤੋਂ ਪ੍ਰਾਪਤ ਹੁੰਦੀ ਹੈ, ਪਰ ਅਜੋਕੀਆਂ ਮਾਵਾਂ ਕੋਲ ਵੇਲ ਨਹੀਂ। ਮਾਂ ਨੇ ਬੱਚੇ ਨੂੰ ਭਾਵਕ ਪੱਖੋਂ ਸੰਤੁਲਨ ਪ੍ਰਦਾਨ ਕਰਨਾ ਹੁੰਦਾ ਹੈ ਅਤੇ ਉਸ ਦੇ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਨੂੰ ਉਭਾਰਨਾ ਅਤੇ ਨਿਖਾਰਨਾ ਹੁੰਦਾ ਹੈ। ਮੱਠੀ ਅੱਗ ਉੱਤੇ ਪਕਾਉਣ ਦੀ ਥਾਂ ਹੁਣ ਅਸੀਂ ਭਾਫ਼ ਦੇ ਭਾਰੀ ਦਬਾਅ ਵਾਲੇ ਕੁੱਕਰ ਵਰਤਣ ਲੱਗ ਪਏ ਹਾਂ। ਚਰਿੱਤਰ ਮੱਠੀ ਅੱਗ ਉੱਤੇ ਰਿੱਝਣ ਵਾਲੀ ਚੀਜ਼ ਹੈ, ਪਰ ਮੱਠੀ ਅੱਗ ਵਾਲਾ ਸਬਰ ਨਹੀਂ ਰਿਹਾ। ਸਾਡੇ ਘਰਾਂ, ਪਰਿਵਾਰਾਂ, ਗੁਆਂਢੀਆਂ, ਅਧਿਆਪਕਾਂ ਆਦਿ ਸਭ ਦੀ ਨੁਹਾਰ ਬਦਲ ਗਈ ਹੈ। ਕੁਝ ਵੀ ਹੰਢਣਸਾਰ ਨਹੀਂ ਰਿਹਾ। ਜੋ ਹੰਢਣਸਾਰ ਮੇਲ ਜੋਲ ਵੀ ਸੰਭਵ ਨਹੀਂ ਰਹੇ। ਆਪਣੇ ਆਪੇ ਦੀ ਸੂਚੀ ਵਿੱਚੋਂ ਹੀ ਸ਼ਖਸੀਅਤ ਦਾ ਸੂਰਜ ਚੜ੍ਹਦਾ ਹੈ। ਇਸ ਸੂਝੀ ਦੀ ਉਡਾਨ ਕਲਪਨਾ ਅਖਵਾਉਂਦੀ ਹੈ।
ਸੂਝੀ ਅਤੇ ਕਲਪਨਾ ਦੇ ਸੁਮੇਲ ਨਾਲ ਅਸੀਂ ਇਕੱਲ ਅਤੇ ਟਾਕਰਾ ਕਰਨ ਦੇ ਯੋਗ ਹੁੰਦੇ ਹਾਂ। ਸਭ ਪ੍ਰਕਾਰ ਦੀ ਕਲਾ ਅਸਲ ਵਿੱਚ ਮਨੁੱਖ ਨੂੰ ਵਧੇਰੇ ਹੰਢਣਸਾਰ ਮੇਲ ਜੋਲ ਦੇ ਯੋਗ ਬਣਾਉਂਦੀ ਹੈ। ਇੱਕ ਕਲਾਕਾਰ ਜਦੋਂ ਇਕੱਲਾ ਹੁੰਦਾ ਹੈ ਤਾਂ ਉਹ ਆਪਣੀ ਕਲਾ ਦੇ ਸਾਥ ਮਾਣਦਾ ਹੈ। ਉਸ ਨੂੰ ਮੇਲ ਜੋਲ ਦੀ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਕਵੀ ਕਦੀ ਇਕੱਲਾ ਨਹੀਂ ਹੁੰਦਾ, ਉਸ ਨੂੰ ਕਲਪਨਾ ਦਾ ਸਾਥ ਪ੍ਰਾਪਤ ਹੁੰਦਾ ਹੈ। ਕੋਈ ਵਿਦਵਾਨ ਕਦੀ ਇਕੱਲਾ ਨਹੀਂ ਹੁੰਦਾ ਕਿਉਂਕਿ ਸੂਝੀ ਉਸ ਦੇ ਅੰਗ ਸੰਗ ਰਹਿੰਦੀ ਹੈ। ਮੇਲ ਜੋਲ ਦੀ ਸਮੱਸਿਆ ਉਹਨਾਂ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਨੂੰ ਆਪਣੀ ਇਕੱਲ ਮਾਨਣ ਦਾ ਹੁਨਰ ਨਹੀਂ ਆਉਂਦਾ। ਇਕੱਲ ਮੰਨਣ ਦਾ ਸਲੀਕਾ ਤਾਂ ਹੀ ਹੁੰਦਾ ਹੈ ਜੇ ਕੋਈ ਸ਼ੌਂਕ ਹੋਵੇ ਅਤੇ ਦੂਜਿਆਂ ਨਾਲ ਬਰਾਬਰੀ ਦੇ ਆਧਾਰ 'ਤੇ ਵਰ ਮੇਚਣ ਦੀ ਜਾਂਚ ਹੋਵੇ। ਕਈ ਪੁਰਸ਼ਾਂ ਨੂੰ ਆਪਸ ਵਿੱਚ ਗੱਲਬਾਤ ਕਰਦਿਆਂ ਵੇਖਣਾ ਪ੍ਰਤੀਤ ਹੋਵੇਗਾ ਜਿਵੇਂ ਉਹ ਗੱਤਕਾ ਖੇਡ ਰਹੇ ਹੋਣ। ਉਹਨਾਂ ਦੀ ਗੱਲਬਾਤ ਵਿੱਚ ਜਿੱਤਣ ਅਤੇ ਇੱਕ ਦੂਜੇ ਨੂੰ ਪਛਾੜ ਦੇਣ ਦੀ ਕਾਹਲ ਹੋਵੇਗੀ। ਕਦੀ ਕਿਸੇ ਮਾਂ ਨੂੰ ਬੱਚੇ ਨਾਲ ਜਾਂ ਕਿਸੇ ਨੂੰ ਆਪਣੀ ਸਹੇਲੀ ਨਾਲ ਜਾਂ ਆਪਣੇ ਪ੍ਰੇਮੀ ਨਾਲ ਗੱਲਬਾਤ ਕਰਦਿਆਂ ਵੇਖਣਾ ਪ੍ਰਤੀਤ ਹੋਵੇਗਾ ਜਿਵੇਂ ਤਾੜੀ ਵੱਜ ਰਹੀ ਹੋਵੇ। ਦੋਵੇਂ ਇੱਕ ਦੂਜੇ ਨੂੰ ਲੈ ਤਾਲ ਦੇ ਰਹੇ ਹੋਣਗੇ। ਮੇਲ ਜੋਲ ਦੀ ਅਸਲ ਯੋਗਤਾ ਪਤੀ ਪਤਨੀ ਦੇ ਆਪਸੀ ਸੁਖਾਵੇਂ ਰਿਸ਼ਤੇ ਵਿੱਚ ਪ੍ਰਗਟ ਹੁੰਦੀ ਹੈ। ਪਰ ਕਈ ਪਤੀ ਪਤਨੀ ਮਾਪੇ ਜਾਂ ਸੌਖਿਆਂ ਹੀ ਬਣ ਜਾਂਦੇ ਹਨ, ਪਰ ਪਤੀ ਪਤਨੀ ਵਜੋਂ ਮੇਲ ਜੋਲ ਉਸਾਰਨ ਪੱਖੋਂ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤੇ ਘਰਾਂ ਵਿੱਚ ਵਿਆਹ ਉਪਰੰਤ ਰਿਸ਼ਤਾ ਫੈਲਣ ਦੀ ਥਾਂ ਸੁੰਗੜ ਜਾਂਦਾ ਹੈ। ਕਿੰਨੀਆਂ ਕੁ ਪਤਨੀਆਂ ਹਨ ਜਿਨ੍ਹਾਂ ਨੂੰ ਵਿਆਹ ਉਪਰੰਤ ਆਪਣੇ ਜਮਾਤੀਆਂ ਨੂੰ ਖੱਤ ਲਿਖਣ ਦੀ ਆਗਿਆ ਹੈ। ਮੇਲ ਜੋਲ ਦੇ ਅਥਾਹ ਅਵਸਰ ਉਦੋਂ ਹੀ ਉਸਰਨਗੇ ਜਦੋਂ ਅਸੀਂ ਆਪਣੀ ਦੁਨੀਆ ਵਿੱਚ ਹੋਰਾਂ ਨੂੰ ਦਖਲ ਹੋਣ ਦੇਵਾਂਗੇ। ਜਦੋਂ ਪਤਨੀ ਆਪਣੇ ਪਤੀ ਨੂੰ ਕਹਿ ਸਕੇਗੀ, ਇਹ ਜੀ ਮੈਂ ਉਹਨਾਂ ਨੂੰ ਵਧਾਈ ਦਾ ਖੱਤ ਲਿਖ ਦਿੱਤਾ ਹੈ, ਤੁਸੀਂ ਆਪਣੇ ਹੱਥਾਂ ਨਾਲ ਸੋਹਣੀ ਲਿਖਾਈ ਵਿੱਚ ਉਹਨਾਂ ਦਾ ਸਰਨਾਮਾ ਲਿਖ ਦਿਓ। ਸਮਾਜ ਨੂੰ ਬਦਲਣ ਲਈ ਬੱਚਿਆਂ ਦੇ ਪਾਲਣ ਪੋਸ਼ਣ ਦੇ ਢੰਗ ਨੂੰ, ਆਪਣੇ ਜੀਵਨ ਦ੍ਰਿਸ਼ਟੀਕੋਣ ਨੂੰ, ਆਪਣੇ ਮਨ ਵਿਚਲੇ ਸੰਸਾਰ ਅਤੇ ਬ੍ਰਹਿਮੰਡ ਦੇ ਨਕਸ਼ੇ ਨੂੰ ਬਦਲਣਾ ਪਵੇਗਾ। ਸਮੱਸਿਆਵਾਂ ਉਦੋਂ ਹੀ ਉਪਜਦੀਆਂ ਹਨ ਜਦੋਂ ਸਾਡੀ ਨੀਅਤ ਧੁੰਦਲੀ ਹੋਵੇ ਅਤੇ ਸਾਡੀ ਸੋਚ ਸਪਸ਼ਟ ਨਾ ਹੋਵੇ। ਭੋਜਨ, ਸੁਰੱਖਿਆ ਅਤੇ ਪਿਆਰ ਮਨੁੱਖ ਦੀਆਂ ਬੁਨਿਆਦੀ ਲੋੜਾਂ ਹਨ। ਜਦੋਂ ਅਸੀਂ ਭੁੱਖ ਦੀ ਗੱਲ ਕਰਦੇ ਹਾਂ ਤਾਂ ਬਾਕੀਆਂ ਦੀ ਹੋਂਦ ਜਾਂ ਅਣਹੋਂਦ ਦਾ ਜ਼ਿਕਰ ਅਚੇਤ ਹੀ ਹੋ ਜਾਂਦਾ ਹੈ। ਜਿੱਥੇ ਰੋਟੀ ਨਹੀਂ ਪੱਕਦੀ ਉੱਥੇ ਕੋਈ ਮਹਿਮਾਨ ਨਹੀਂ ਆਉਂਦਾ ਅਤੇ ਜਿੱਥੇ ਸੁਰੱਖਿਆ ਅਤੇ ਪਿਆਰ ਨਹੀਂ ਹੁੰਦਾ ਉੱਥੇ ਮੇਲ ਜੋਲ ਦੀ ਕੋਈ ਸੰਭਾਵਨਾ ਵੀ ਨਹੀਂ ਉਜਾਗਰ ਹੁੰਦੀ। ਵੇਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਅਤੇ ਜਿਤਨੇ ਕੁ ਵਸੀਲੇ ਸਾਡੇ ਕੋਲ ਹਨ, ਕੀ ਅਸੀਂ ਉਹਨਾਂ ਦੇ ਸੰਯੋਗ ਵਰਤੋਂ ਕਰ ਰਹੇ ਹਾਂ? ਬਹੁਤੇ ਘਰਾਂ ਵਿੱਚ ਵੰਡ ਵਡਾਈ ਦੇ ਝਗੜੇ ਹਨ, ਆਪਸੀ ਸ਼ੱਕ ਅਤੇ ਅਵਿਸ਼ਵਾਸ ਦੀਆਂ ਸਮੱਸਿਆਵਾਂ ਹਨ। ਜਦੋਂ ਸਾਡਾ ਆਪਸ ਵਿੱਚ ਹੀ ਮੇਲ ਜੋਲ ਨਹੀਂ ਤਾਂ ਬਾਹਰਲੇ ਲੋਕਾਂ ਨਾਲ ਮੇਲ ਜੋਲ ਦੀਆਂ ਸੰਭਾਵਨਾਵਾਂ ਕਿਵੇਂ ਉਜਾਗਰ ਹੋ ਸਕਦੀਆਂ ਹਨ? ਪਰ ਪਰਿਵਾਰ ਤੋਂ ਮਗਰੋਂ ਮੇਲ ਜੋਲ ਦੀਆਂ ਸੰਭਾਵਨਾਵਾਂ ਸਮਾਜ ਅਤੇ ਸਕੂਲ ਕਾਲਜ ਵਿੱਚ ਉਪਜਦੀਆਂ ਹਨ। ਜੇ ਬੱਚੇ ਨੂੰ ਆਪਣੀ ਪਰਿਵਾਰਕ ਮਾਨਸਿਕ ਪੱਧਰ ਅਨੁਸਾਰ ਢੁਕਵੇਂ ਸਕੂਲ ਵਿੱਚ ਦਾਖਲ ਕਰਵਾਇਆ ਜਾਵੇ ਤਾਂ ਹੀ ਉਸ ਵਿੱਚ ਨਿਖਾਰ ਆਉਂਦਾ ਹੈ, ਨਹੀਂ ਤਾਂ ਉਸ ਵਿੱਚ ਬਾਗੀ ਅਤੇ ਵਿਰੋਧੀ ਰੁਚੀਆਂ ਉਪਜਦੀਆਂ ਹਨ। ਮਾਪੇ ਪੈਸੇ ਦੇ ਜ਼ੋਰ ਨਾਲ ਬੱਚਿਆਂ ਨੂੰ ਅਜਿਹੇ ਸਕੂਲਾਂ ਕਾਲਜਾਂ ਵਿੱਚ ਦਾਖਲ ਕਰਵਾ ਰਹੇ ਹਨ ਜਿੱਥੋਂ ਦੇ ਮੁਹਾਵਰੇ ਦੀ ਨਾ ਬੱਚਿਆਂ ਨੂੰ ਸਮਝ ਪੈਂਦੀ ਹੈ ਤੇ ਨਾ ਮਾਪਿਆਂ ਨੂੰ। ਸਕੂਲ ਅਤੇ ਘਰ ਦੇ ਵਾਤਾਵਰਨ ਅਤੇ ਮਾਨਸਿਕ ਪੱਧਰਾਂ ਵਿੱਚ ਇਤਨੀ ਕੁ ਵਿੱਥ ਹੁੰਦੀ ਹੈ ਕਿ ਇਹ ਦੋ ਵੱਖਰੇ ਸੰਸਾਰ ਪ੍ਰਤੀਤ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਵਿਦਿਆਰਥੀ ਦਾ ਅਧਿਆਪਕਾਂ ਨਾਲ ਅਤੇ ਬੱਚਿਆਂ ਦਾ ਮਾਪਿਆਂ ਨਾਲ ਰਿਸ਼ਤਾ ਵਿਗੜਦਾ ਹੈ। ਜਿਹੜਾ ਵਿਦਰੋਹ, ਬਦਤਮੀਜ਼ੀ, ਗੁਸਤਾਖੀ ਅਤੇ ਹਿੰਸਾ ਵਿੱਚ ਪ੍ਰਗਟ ਹੁੰਦਾ ਹੈ, ਇਹ ਸਾਰੇ ਪੱਖ ਉਸ ਦੀ ਬੋਲੀ ਵਿੱਚ ਅਤੇ ਲਿਬਾਸ ਰਾਹੀਂ ਉਜਾਗਰ ਹੁੰਦੇ ਹਨ।
ਇੱਥੇ ਮਾਪਿਆਂ ਦੇ ਸੁਪਨੇ ਅਤੇ ਯਥਾਰਥ ਆਪਸ ਵਿੱਚ ਭਿੜਦੇ ਹਨ ਅਤੇ ਐਵੇਂ ਸਾਵੇਂ ਸੁਖਾਵੇਂ ਮੇਲ ਜੋਲ ਦੀਆਂ ਸੁਭਾਵਾਂ ਸੁੰਗੜ ਜਾਂਦੀਆਂ ਹਨ। ਅਜਿਹਾ ਬੱਚਾ ਮਾਪਿਆਂ ਤੋਂ ਦੂਰ ਹੁੰਦਾ ਜਾਂਦਾ ਹੈ ਅਤੇ ਉਹਨਾਂ ਰਿਸ਼ਤਿਆਂ ਨੂੰ ਉਸਾਰਦਾ ਹੈ ਜਿਹੜੇ ਮਾਪਿਆਂ ਲਈ ਸਿਰਦਰਦੀ ਉਪਜਾਉਂਦੇ ਹਨ। ਉਂਝ ਤਾਂ ਗਿਆਨ ਪ੍ਰਾਪਤੀ ਦਾ ਅਮਲ ਬੜਾ ਦਿਲਚਸਪ ਅਤੇ ਦ੍ਰਿਸ਼ਟੀ ਵਿੱਚ ਅਮੀਰੀ ਲਿਆਉਣ ਵਾਲਾ ਹੁੰਦਾ ਹੈ, ਪਰ ਜੇ ਜਗਿਉਸਾ ਅਤੇ ਗਿਆਨ ਵਿਚਕਾਰ ਮੇਲ ਜੋਲ ਸਖਾਵਾਂ ਨਾ ਹੋਵੇ ਤਾਂ ਇਹ ਵਿਰੋਧੀਤਾ ਅਤੇ ਹਿੰਸਾ ਵਿੱਚ ਪ੍ਰਗਟ ਹੁੰਦਾ ਹੈ। ਜਿਹੜਾ ਪੁੱਤਰ ਘਰ ਵਿੱਚ ਆਪਣੇ ਪਿਤਾ ਨੂੰ ਨਫ਼ਰਤ ਕਰਦਾ ਹੈ, ਉਹੀ ਬਾਹਰ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾਉਂਦਾ ਹੈ। ਚੜ੍ਹਦੀ ਜਵਾਨੀ ਦੀਆਂ ਸਮੱਸਿਆਵਾਂ ਸਮੇਂ ਦੇ ਬੀਤਣ ਨਾਲ ਨਵੀਆਂ ਸਮੱਸਿਆਵਾਂ ਵਿੱਚ ਗੁਆਚ ਜਾਂਦੀਆਂ ਹਨ, ਪਰ ਲੋੜੀ ਦੀ ਸੂਝੀ ਅਤੇ ਕਲਪਨਾ ਦੇ ਵਿਕਸਿਤ ਨਾ ਹੋਣ ਕਾਰਨ ਦੂਜਿਆਂ ਨਾਲ ਸੁਖੇਵੇਂ ਮੇਲ ਜੋਲ ਦੀ ਅਣਹੋਂਦ ਦੀ ਸਮੱਸਿਆ ਬਣੀ ਰਹਿੰਦੀ ਹੈ। ਕਈ ਮਾਪੇ ਅਕਸਰ ਇਸ ਸਮੱਸਿਆ ਦਾ ਹੱਲ ਸੰਤਾਨ ਦੇ ਵਿਆਹ ਵਿੱਚ ਵੇਖਦੇ ਹਨ। ਇਹ ਬੜੀ ਵਚਿੱਤਰ ਗੱਲ ਹੈ ਕਿ ਜਿਨ੍ਹਾਂ ਕੋਲ ਸੂਝੀ ਅਤੇ ਕਲਪਨਾ ਦੀ ਥੁੜ ਹੁੰਦੀ ਹੈ, ਉਹ ਪਤੀ ਪਤਨੀ ਮਾਪੇ ਬੜੀ ਜਲਦੀ ਬਣ ਜਾਂਦੇ ਹਨ। ਅਣਵਿਆਹੁਤੇ ਬੱਚੇ ਦੇ ਆਉਣ ਨਾਲ ਮਾਪਿਆਂ ਨੂੰ ਆਪਣੇ ਆਪ ਬਾਰੇ ਨਵੀਂ ਸੂਝੀ ਅਤੇ ਨਵਾਂ ਗਿਆਨ ਪ੍ਰਾਪਤ ਹੁੰਦਾ ਹੈ। ਜਿੱਥੇ ਬੱਚੇ ਦੇ ਦਾਦਾ ਦਾਦੀ ਨਾਨਾ ਨਾਨੀ ਦੂਰ ਹੁੰਦੇ ਹਨ, ਉੱਥੇ ਮਾਪੇ ਬਣਦੇ ਮੁੱਢਲੇ ਵਰ੍ਹੇ ਬੜੀਆਂ ਮੁਸ਼ਕਲਾਂ ਵਾਲੇ ਹੁੰਦੇ ਹਨ, ਕਿਉਂਕਿ ਬੱਚੇ ਨੂੰ ਪਾਲਣ ਦੀ ਸਮੱਸਿਆ ਦੇ ਨਾਲ ਨਾਲ ਉਹਨਾਂ ਦੇ ਆਪਣੇ ਜੀਵਨ ਨੂੰ ਮਾਣਨ ਦੀਆਂ ਸੰਭਾਵਨਾਵਾਂ ਦੇ ਸੁੰਗੜਨ ਦੀ ਸਮੱਸਿਆ ਵੀ ਉਪਜ ਪੈਂਦੀ ਹੈ। ਕਿਉਂਕਿ ਮਾਪੇ ਬਣਨ ਤੋਂ ਪਹਿਲਾਂ ਪਤੀ ਪਤਨੀ ਦਾ ਬੱਚੇ ਸੰਬੰਧੀ ਸੰਕਲਪ ਬੜਾ ਅਸਪਸ਼ਟ, ਰੋਮਾਂਟਿਕ ਅਤੇ ਸੁਪਨਨਾਈ ਹੁੰਦਾ ਹੈ ਅਤੇ ਯਥਾਰਥ ਬਿਲਕੁਲ ਉਲਟ ਹੁੰਦਾ ਹੈ। ਝਟਪਟ ਮਾਪੇ ਬਣ ਜਾਣ ਨਾਲ ਪਤੀ ਪਤਨੀ ਨੂੰ ਇੱਕ ਅਣਕਿਆਸੀ ਕਿਸਮ ਦਾ ਧੱਕਾ ਲੱਗਦਾ ਹੈ, ਥਕਾਵਟ ਵੱਧ ਜਾਂਦੀ ਹੈ ਅਤੇ ਬੱਚੇ ਵੱਲ ਧਿਆਨ ਨਾ ਦੇ ਸਕਣ ਕਾਰਨ ਆਪਣੇ ਦੋਸ਼ੀ ਹੋਣ ਦੀ ਭਾਵਨਾ ਵੱਧਦੀ ਹੈ। ਮਾਪਿਆਂ ਦਾ ਘਰ ਤੋਂ ਬਾਹਰ ਮੇਲ ਜੋਲ ਘਟਦਾ ਹੈ ਅਤੇ ਜੀਵਨ ਦੀਆਂ ਜਿਹੜੀਆਂ ਰੰਗਲੀਆਂ ਵਿਉਂਤਾਂ ਬਣਾਈਆਂ ਹੁੰਦੀਆਂ ਹਨ, ਉਹ ਮਲਬਾ ਹੋ ਜਾਂਦੀਆਂ ਹਨ। ਮਾਪੇ ਪਿਛੋਕੜ ਵਿੱਚ ਚਲੇ ਜਾਂਦੇ ਹਨ ਅਤੇ ਬੱਚਾ ਨਾਇਕ ਹੋ ਨਿਬੜਦਾ ਹੈ। ਅਜਿਹੇ ਮਾਪਿਆਂ ਨੂੰ ਇੱਕੋ ਝਟਕੇ ਨਾਲ ਆਪਣੇ ਸਾਰੇ ਸੁਪਨੇ ਢਹਿ ਢੇਰੀ ਹੋ ਗਏ ਪ੍ਰਤੀਤ ਹੁੰਦੇ ਹਨ। ਜਦੋਂ ਕਿਸੇ ਦੇ ਸੁਪਨੇ ਮਲਬਾ ਹੋ ਜਾਣ ਤਾਂ ਉਸ ਵਿੱਚ ਸਹਿਣਸ਼ੀਲਤਾ ਘਟਦੀ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਬੱਚੇ ਦੇ ਹੋਣ ਨਾਲ ਮਾਪਿਆਂ ਦਾ ਆਪਸੀ ਮੇਲ ਜੋਲ ਵੱਧਦਾ ਹੈ, ਪਰ ਕਈ ਥਾਈਂ ਬੱਚੇ ਦੇ ਆਉਣ ਨਾਲ ਵਿਰੋਧ ਅਤੇ ਟਕਰਾਓ ਹੋਰ ਤਿੱਖੇ ਹੋ ਜਾਂਦੇ ਹਨ। ਜਿਨ੍ਹਾਂ ਪਰਿਵਾਰਾਂ ਵਿੱਚ ਬੱਚੇ ਵਧੇਰੇ ਹੋਣ, ਉੱਥੇ ਨਿਰੰਤਰ ਥਕਾਵਟ ਕਾਰਨ ਹੰਢਣਸਾਰ ਮੇਲ ਜੋਲ ਦੀਆਂ ਸੰਭਾਵਨਾਵਾਂ ਖੁਰਨ ਲੱਗ ਪੈਂਦੀਆਂ ਹਨ। ਕੰਮ ਵਾਲੀ ਥਾਂ ਉੱਤੇ ਮੇਲ ਜੋਲ ਸਰੀਕੇ ਅਤੇ ਸਾੜੇ ਵਾਲਾ ਹੁੰਦਾ ਹੈ। ਜਦੋਂ ਕੋਈ ਵਿਅਕਤੀ ਉੱਚਾ ਅਹੁਦਾ ਪ੍ਰਾਪਤ ਕਰ ਲਵੇ ਤਾਂ ਉਸ ਤੋਂ ਉਚੇਰੀ ਪੱਧਰ ਦੇ ਵਰਤਾਰੇ ਦੀ ਉਮੀਦ ਕੀਤੀ ਜਾਂਦੀ ਹੈ। ਜਦੋਂ ਅਜਿਹਾ ਸੰਭਵ ਨਾ ਹੋਵੇ ਤਾਂ ਕੁਝ ਲੋਕ ਉਸ ਦੇ ਪੱਖ ਵਿੱਚ ਅਤੇ ਕੁਝ ਵਿਰੋਧ ਵਿੱਚ ਡਟ ਜਾਂਦੇ ਹਨ ਅਤੇ ਧੜੇਬੰਦੀਆਂ ਉਸਾਰ ਲੈਂਦੇ ਹਨ। ਧੜੇਬੰਦੀਆਂ ਨਾਲ ਜਿੱਥੇ ਧੜੇ ਅੰਦਰ ਮੇਲ ਜੋਲ ਵੱਧਦਾ ਹੈ, ਉੱਥੇ ਧੜੇ ਤੋਂ ਬਾਹਰ ਸਭ ਕੁਝ ਸ਼ੱਕ ਅਤੇ ਵਿਰੋਧ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਧੜੇਬੰਦੀ ਵਿੱਚ ਬਹੁਤਿਆਂ ਦੀ ਸ਼ਖਸੀਅਤ ਧਾਗੇ ਵਾਲੀ ਹੁੰਦੀ ਹੈ। ਜਿੱਧਰ ਸੂਈ ਜਾਂਦੀ ਹੈ, ਉੱਧਰ ਧਾਗਾ ਜਾਂਦਾ ਹੈ। ਸਵੈਮਾਨ ਵਾਲੇ ਵਿਅਕਤੀ ਅਜਿਹੇ ਵਿਹਾਰ ਨੂੰ ਪਸੰਦ ਨਹੀਂ ਕਰਦੇ। ਪਰਿਵਾਰ ਦੀਆਂ ਨਿੱਤ ਵਧਦੀਆਂ ਭਾਵਕ ਅਤੇ ਆਰਥਿਕ ਸਮੱਸਿਆਵਾਂ ਸੰਤਾਨ ਦੇ ਮਾਪਿਆਂ ਨਾਲ ਮੇਲ ਜੋਲ ਨੂੰ ਵਿਰੋਧ ਵਿੱਚ ਬਦਲ ਦਿੰਦੀਆਂ ਹਨ। ਮੇਲ ਜੋਲ ਤੋਂ ਸਿੱਖਣਾ ਮਨੁੱਖ ਸੂਰਜ ਬਿਨਾਂ ਦਿਨ ਵਰਗਾ ਅਤੇ ਦੀਵੇ ਬਿਨਾਂ ਰਾਤ ਵਰਗਾ ਹੋ ਨਿਬੜਦਾ ਹੈ। ਧੰਨਵਾਦ।